ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਭਾਗ 11ਵਾਂ। ਪਿੱਛੇ ਆਪਾਂ ਚੌਥੀ ਪੌੜੀ ਵਿਚਾਰੀ ਸੀ ਦੋ ਭਾਗਾਂ 'ਚ, ਅਤੇ ਹੁਣ ਆਪਾਂ ਪੰਜਵੀਂ ਸਤਿਗੁਰ ਕੀ ਸਮਝਾਉਣਾ ਚਾਹੁੰਦੇ ਆ। ਪਹਿਲਾਂ ਥਾਪਿਆ ਨਾ ਜਾਏ ਕੀਟਾ ਨਾ ਹੋਏ, ਆਪੇ ਆਵੜ ਰੰਜਨ ਸੋਏ। ਸਾਡੀ ਮਤ ਅਨੁਸਾਰ ਜੋ ਸੰਸਾਰ 'ਚ ਮੱਤਾਂ ਚੱਲ ਰਹੀਆਂ ਨੇ, ਮਾਨਵ ਸੋਚ ਫਾਸਨ ਕੀ ਵਿਦ ਸਭ ਕੁਝ ਜਾਣੇ, ਉਹਦੇ ਬਾਰੇ ਆਪਾਂ ਨੂੰ ਬਾਣੀ ਸਮਝਾ ਰਹੀ ਹੈ। ਦੋ ਹੀ ਪੱਖ, ਲੋਕ ਅਤੇ ਪਰਲੋਕ। ਪਹਿਲਾਂ ਆਪਾਂ ਨੂੰ ਮਾਇਆ ਦਾ ਗਿਆਨ, ਫਿਰ ਉਹ ਕੁਦਰਤ ਜਿਹਨੇ ਮਾਇਆ ਸਾਜੀ ਹੈ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਆਪ ਸਭ ਤੇ ਅਲਪਤੋ ਰਹੇ। ਮਾਇਆ ਤੋਂ ਪਰੇ ਹੈ ਕੁਦਰਤ ਭਾਈ, ਮਾਇਆ ਕੁਦਰਤ ਨੇ ਬਣਾਈ ਹੈ, ਸਾਰਾ ਕੁਛ ਉਹਦੇ ਹੱਥ 'ਚ ਹੈ। ਆਪਾਂ ਅਰਦਾਸ ਵੀ ਰੋਜ਼ ਕਰਦੇ ਹਾਂ, ਸਗਲ ਸਮਗਰੀ ਆਪਣੇ ਸੂਤਰਧਾਰੀ। ਫਿਰ ਉਹਦੇ ਸੂਤ 'ਚ ਬੰਨੀ ਹੋਈ ਹੈ, ਫਿਰ ਆਪਣੀ ਮਰਜ਼ੀ ਨਾਲ ਆਪਾਂ ਨੂੰ ਕਿਵੇਂ ਪ੍ਰਾਪਤ ਹੋ। ਪਰ ਸੱਚ ਦਾ ਗਿਆਨ ਨਾ ਹੋਣ ਕਰਕੇ ਆਪਾਂ ਜਦੋਂ ਜਹਿ 'ਚ ਲੱਗੇ ਰਹਿੰਦੇ, ਜਦੋਂ ਸਮਾਂ ਨਿਕਲ ਜਾਂਦਾ। ਰਾਮ ਸਿਮਰ ਮੂੜੇ ਪਛਤਾਵੇਗਾ। ਸਮਾਂ ਨਿਕਲ ਜੂ ਭਾਈ। ਆਪਾਂ ਇਹ ਵਿਚਾਰ ਲੈਣੀ ਹੈ, ਵਿਚਾਰਧਾਰਾ ਨਾਲ ਜੁੜਨਾ ਹੈ, ਫਿਰ ਸਾਡੇ ਜੀਵਨ 'ਚ ਬਦਲਾਅ ਆਉਣਾ ਵਾ। ਜਿਵੇਂ ਬੱਚੇ ਸਕੂਲਾਂ ਜਾ ਕੇ ਪੜ੍ਹਦੇ ਨੇ, ਪਹਿਲਾਂ ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ, ਫਿਰ ਉਹ LKG ਤੋਂ UKG ਪੜ੍ਹਦੇ ਕਿੱਥੇ ਪਹੁੰਚ ਜਾਂਦੇ ਨੇ। ਇਵੇਂ ਆਪਾਂ ਜਿਵੇਂ ਗੁਰੂ ਘਰਾਂ ਜਾਂਦੇ ਹਾਂ, ਗੁਰੂ ਕੇ ਪਿਆਰਿਆਂ ਨਾਲ ਵਿਚਰਦੇ ਹਾਂ, ਗੁਰੂ ਕੇ ਪਿਆਰੇ ਗੁਰ ਸ਼ਬਦ ਦੀ ਵਿਚਾਰ ਰਾਹੀਂ ਸਿੱਖ ਸੰਗਤ ਨੂੰ ਸਮਝਾਉਂਦੇ ਨੇ, ਉੱਧਰ ਨੂੰ ਧਿਆਨ ਰੱਖਣਾ ਵਾ। ਗੁਰ ਸ਼ਬਦ 'ਚੋਂ ਜਿਹੜਾ ਮਿਲਿਆ ਆਪਾਂ ਨੂੰ ਗਿਆਨ, ਉਹ ਗੁਰਦਕਸ਼ਣਾ ਇਹ ਲੈਣੀ ਹੈ ਰੋਜ਼ ਆਪਾਂ। ਸਰਜਾਮ ਲਾਗ ਭਵਜਲ ਤਰਨ ਕੇ, ਜੇ ਆਪਾਂ ਭਵ ਸਾਗਰ ਪਾਰ ਕਰਨਾ, ਦੁੱਖ ਸਾਗਰ 'ਚੋਂ ਨਿਕਲਣਾ ਭਾਈ, ਫਿਰ ਤਿਆਰੀ ਕਰਨੀ ਪਊ। ਹੁਣ ਤਿਆਰੀ ਆਪਾਂ ਆਪਦੀ ਮੱਤ ਨਾਲ ਤਾਂ ਕਰ ਨਹੀਂ ਸਕਦੇ ਭਾਈ, ਇਹ ਗੁਰ ਕੀ ਮੱਤ ਲੈਣੀ ਆਪਾਂ। ਆਪਣੀ ਮੱਤ ਦਾ ਤਿਆਗ ਇਹੀ ਭਗਤੀ ਹੈ, ਗੁਰ ਕੀ ਮੱਤ ਲੈਣੀ ਇਹ ਪ੍ਰਾਪਤੀ ਹੈ। ਕਿਵੇਂ ਮਿਲਣੀ ਹੈ? ਬਾਣੀ 'ਚ ਆਪਾਂ ਨੂੰ ਅਨੇਕਾਂ ਉਪਦੇਸ਼ ਦੇ ਕੇ ਸਤਿਗੁਰਾਂ ਨੇ ਸਮਝਾਇਆ। ਇੱਥੇ ਆਪਾਂ ਸਤਿਗੁਰਾਂ ਦੇ ਵਚਨ ਲਈਏ। ਤੀਰਥ ਨਾਵਾਂ ਜੇ ਤਿਸ ਭਾਵਾਂ, ਬਿਨ ਭਾਣੇ ਕੇ ਨਾਹੀਂ ਕਰੀ, ਜੇਤੀ ਸਿਰਠ ਉਪਾਈ ਵੇਖਾਂ, ਬਿਨ ਕਰਮਾਂ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾਂ ਇੱਕ ਦੀ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ। ਇੱਥੇ ਆਪਾਂ ਨੂੰ ਕੀ ਪ੍ਰਾਪਤੀ ਹੋਣੀ ਹੈ? ਸਭਨਾ ਜੀਆਂ ਕਾ ਇੱਕ ਦਾਤਾ। ਉਹ ਆਪਾਂ ਨੂੰ ਗੁਣਾਂ ਦੀ ਪ੍ਰਾਪਤੀ ਤੋਂ ਬਾਅਦ ਸਮਝ ਆਉਣੀ ਹੈ। ਜਦ ਤੱਕ ਆਪਾਂ ਸੰਸਾਰ ਨਾਲ ਜੁੜੇ ਰਹਿੰਦੇ ਹਾਂ, ਦੋ ਹੀ ਪੱਖ ਆਪਾਂ ਨੂੰ ਬਾਣੀ ਸਮਝਾਉਂਦੀ ਆ। ਤੀਰਥਾਂ ਦੀ ਗੱਲ ਸਮਝਾ ਰਹੇ ਆ ਸਤਿਗੁਰ। ਇਹ ਤੀਰਥ ਜਿਹੜੇ ਅਸੀਂ ਕਰਦੇ ਹਾਂ, ਉਹ ਸਰੀਰ ਕਰਕੇ ਨੇ। ਦੋ ਹੀ ਪੱਖ ਰਹਿਣੇ ਨੇ ਸੰਸਾਰ ਜਦ ਤੱਕ ਚੱਲੂਗਾ। ਆਤਮਾ ਦੇ ਤੀਰਥ ਨੂੰ ਸਮਝਣ ਖਾਤਰ ਸੱਚ ਤਾਂ ਪਰ ਜਾਣੀਏ, ਜਾਂ ਆਤਮ ਤੀਰਥ ਕਰੇ ਨਿਵਾਸ। ਆਤਮਾ ਨੇ ਵੀ ਤੀਰਥ ਜਾਣਾ ਹੈ ਭਾਈ, ਉਹ ਕਿਵੇਂ ਜਾਊਗੀ ਫਿਰ? ਇਹ ਦੋ ਹੀ ਪੱਖ ਆਪਾਂ ਸਮਝਣੇ ਨੇ, ਲੋਕ ਅਤੇ ਪਰਲੋਕ। ਜਿਹੜੇ ਤੀਰਥ ਨਹਾਉਂਦੇ ਹਾਂ ਬਾਹਰ ਅਸੀਂ, ਉਹ ਸਾਡੀ ਮਾਨਵ ਸੋਚ ਜੋ ਕੁਦਰਤ ਨੇ ਬਣਾਈ ਹੈ ਸੰਸਾਰ 'ਚ, ਉਹ ਵੀ ਉਹਦਾ ਹੁਕਮ ਹੈ। ਪਰ ਪ੍ਰਾਪਤੀ ਆਪਾਂ ਨੂੰ ਕਿੱਥੇ ਆਉਣੀ ਹੈ, ਕਿਵੇਂ ਮਿਲੂਗੀ, ਉਹ ਬਾਣੀ ਆਪਾਂ ਨੂੰ ਸਮਝਾ ਰਹੀ ਹੈ। ਆਤਮਾ ਕਰਕੇ ਗੁਰ ਕੀ ਚਰਨ ਬਾਣੀ, ਇਹਦੇ ਨਾਲ ਜੁੜਨਾ ਆਪਾਂ, ਇਹ ਵਿਚਾਰਧਾਰਾ ਨਾਲ। ਫਿਰ ਸਮਝ ਆਉਣੀ ਆਪਾਂ ਨੂੰ ਵੀ ਤੀਰਥ ਹੈ ਕੀ ਹੈ। ਤੀਰਥ ਨਾਵਣ ਜਾਈਏ, ਤੀਰਥ ਨਾਮ ਹੈ। ਤੀਰਥਾਂ 'ਤੇ ਜਾ ਕੇ ਵੀ ਗੁਰ ਸ਼ਬਦ ਦੀ ਕਮਾਈ, ਗੁਰ ਸ਼ਬਦ ਦੀ ਵਿਚਾਰ ਨਾਲ ਜੁੜੇ ਰਹਿਣਾ। ਗੁਰੂ ਘਰਾਂ ਜਿਵੇਂ ਗੁਰੂ ਉਪਦੇਸ਼ ਹੁੰਦੇ ਨੇ ਬਾਣੀ ਦੇ, ਗੁਰੂ ਕੇ ਸਿੱਖ ਵਿਚਾਰਦੇ ਨੇ, ਫਿਰ ਸਾਡਾ ਤੀਰਥ ਆਤਮਾ ਕਰਕੇ ਵੀ ਹੋ ਜਾਂਦਾ। ਸੰਸਾਰੀ ਤਾਂ ਅਸੀਂ ਕਰੀ ਹੀ ਜਾਂਦੇ ਹਾਂ। ਸਤਿਗੁਰੂ ਨੇ ਸਮਝਾਇਆ ਆਪਾਂ ਨੂੰ, ਤੀਰਥ ਨਾਵਾਂ ਜੇ ਤਿਸ ਭਾਵਾਂ, ਵੀ ਜੇ ਇਹਦੀ ਨਹੀਂ ਪ੍ਰਾਪਤੀ ਹੋਵੇ ਤਾਂ ਭਾਈ ਫਿਰ ਬਾਣੀ ਦੀ ਕੀ ਲੋੜ ਸੀ, ਕੁਦਰਤ ਦੀ ਕੀ ਲੋੜ ਹੈ, ਫਿਰ ਹੁਕਮ ਦੀ ਕੀ ਲੋੜ ਹੈ। ਅਸੀਂ ਬਾਹਰਲੇ ਪੱਖ 'ਚ ਰਹਿ ਜਾਂਦੇ ਹਾਂ। ਜਿੰਨੀਆਂ ਭਗਤੀਆਂ ਵੀ ਕੀਤੀਆਂ ਪਿੱਛੇ, ਪ੍ਰਚਲਿਤ ਮੱਤਾਂ ਜੋ ਚੱਲਦੀਆਂ ਆਈਆਂ, ਸਰੀਰ ਤੱਕ ਸੀਮਤ। ਸਰੀਰ ਦੀ ਗਤੀ ਤਾਂ ਫਿਰ ਆਤਮਾ ਦੀ ਹੋਣੀ ਸੀ ਭਾਈ। ਆਤਮਾ ਤਾਂ ਭੁੱਖੀ ਹੈ, ਆਤਮਾ ਤਾਂ ਭਟਕਦੀ ਹੈ। ਕਿਉਂ ਭਟਕਦੀ? ਆਪਦੇ ਮੂਲ ਨੂੰ ਵਿਛੜ ਗਈ ਹੈ। ਹਰ ਬਿਸਰ ਸਦਾ ਖੁਆਰੀ, ਹਰ ਬਿਸਰ ਤੇਰੇ ਗੁਣ ਗਲਿਆ। ਗੁਣ ਸਾਡੇ 'ਚ ਕੋਈ ਹੈ ਨਹੀਂ, ਅੱਗੇ ਆਪਾਂ ਨੂੰ ਆ ਜਾਣਾ ਬਿਨ ਗੁਣ ਕੀਤੇ ਭਗਤ ਨਾ ਹੋਏ। ਕੁਦਰਤ ਦਾ ਦਰਸ਼ਨ ਕਿਵੇਂ ਹੋਊ ਆਪਾਂ? ਗੁਣ ਸਾਡੇ 'ਚ ਕੋਈ ਨਹੀਂ। ਇਹ ਗੁਣਾਂ ਦੀ ਕਮਾਈ ਕਰਨੀ ਹੈ ਆਪਾਂ, ਭੈ ਤੋਂ ਮੁਕਤੀ ਪ੍ਰਾਪਤ ਕਰਨੀ ਹੈ,
ਨਿਰਵੈਰ ਸੰਸਾਰ ਤੋਂ ਬੈਰ ਵਿਰੋਧ ਤੋਂ ਮੁਕਤ ਹੋਣਾ, ਕਾਲ ਮੂਰਤ ਕਾਲ ਤੋਂ ਮੁਕਤ ਹੋਣਾ, ਅਜੂਨੀ ਸਰੀਰ ਤੋਂ ਪਰੇ ਹੋਣਾ। ਸਰੀਰ 'ਚ ਰਹਿੰਦੇ ਆਪਾਂ ਆਪਣੇ ਘਰ ਪਹੁੰਚਣਾ। ਇਹ ਚਾਰੇ ਗੁਣਾਂ ਦੀ ਆਪਾਂ ਪ੍ਰਾਪਤੀ ਕਰਨੀ ਹੈ। ਫਿਰ ਸਾਡੇ ਬਾਹਰਲੇ ਤੀਰਥ ਵੀ ਅਤੇ ਅੰਦਰਲਾ ਤੀਰਥ ਵੀ ਫਿਰ ਇਹ ਸਫਲ ਹੋਣੇ ਨੇ। ਸਤਿਗੁਰ ਸਮਝਾਉਂਦੇ ਨੇ ਜੇ ਇਹ ਤੀਰਥਾਂ ਦੀ ਪ੍ਰਾਪਤੀ ਹੋਵੇ ਭਾਈ, ਫਿਰ ਜਾਨਵਰ ਕਿਹੜੇ ਤੀਰਥਾਂ ਨੂੰ ਜਾਂਦੇ ਨੇ? ਕੁਦਰਤ ਤਾਂ ਸਾਰੀ ਸ੍ਰਿਸ਼ਟੀ ਨੂੰ ਦੇ ਰਹੀ ਹੈ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ, ਉਹੀ ਆਪਾਂ ਸਮਝਣਾ ਵਾ। ਜਿਹੜਾ ਸਮਝਣਾ ਉਹਨੂੰ ਜਪ ਕਿਹਾ ਬਾਣੀ ਵਿੱਚ। ਫਿਰ ਆਪਾਂ ਨੂੰ ਪ੍ਰਾਪਤੀ ਹੋਊਗੀ। ਸਮਝਣ ਤੋਂ ਬਾਅਦ ਗੁਰਪ੍ਰਸਾਦ, ਉਹਦੀ ਕਿਰਪਾ। ਗੁਰਪ੍ਰਸਾਦ ਨਾਲ ਆਪਾਂ ਨੂੰ ਦੋ ਪਦਾਰਥ ਮਿਲ ਜਾਂਦੇ ਆ, ਪਹਿਲਾ ਗਿਆਨ, ਦੂਜਾ ਮੁਕਤੀ। ਸੰਸਾਰ 'ਚੋਂ ਸਾਡਾ ਛੁਟਕਾਰਾ ਹੋ ਜਾਂਦਾ ਹੈ, ਸੰਤੋਖ 'ਚ ਆ ਜਾਂਦੇ, ਮਨ ਬੁੱਧੀ ਆਪਦੇ ਮੂਲ ਸਮਾ ਜਾਂਦੇ ਨੇ। ਫਿਰ ਤੀਰਥ ਸਾਡਾ ਸਫਲ ਹੁੰਦਾ। ਫਿਰ ਨਾਮ ਦਾ ਦਰਸ਼ਨ ਕਰਨਾ ਆਪਾਂ। ਹੁਣ ਜੇ ਆਪਾਂ ਇਹਦੇ ਨਹੀਂ ਜੁੜੇ ਰਹਿ ਗਏ ਫਿਰ ਅੱਗੇ ਕਿਵੇਂ ਜਾਵਾਂਗੇ? ਬਾਣੀ ਤਾਂ ਆਪਾਂ ਨੂੰ ਨਿਰਾਕਾਰ ਦੁਨੀਆ ਦਾ ਗਿਆਨ ਕਰਾ ਰਹੀ ਹੈ। ਇਹ ਯੁਗ ਮੇ ਇੱਕ ਇੱਕੋ ਆਇਆ, ਜਨਮਤ ਮੋਇਆ ਮੋਹਣੀ ਮਾਇਆ। ਪਰ ਅਸੀਂ ਆਪਦੀ ਮਰਜ਼ੀ ਨਾਲ ਸਾਰੇ ਤੀਰਥ ਜਿਹੜੇ ਪ੍ਰਵਾਨ ਕਰੀ ਬੈਠੇ ਹਾਂ, ਲੱਖ ਤੱਕ ਤੀਰਥਾਂ ਲੱਖ ਪੁੰਨਾ ਪ੍ਰਵਾਨ। ਪੁੰਨ ਕੀ ਹੈ, ਦਾਨ ਕੀ ਹੈ, ਤਾਂ ਸਮਝਣਾ ਸੀ ਆਪਾਂ ਸਤਿਗੁਰਾਂ ਦੀ ਦ੍ਰਿਸ਼ਟੀ ਨਾਲ ਦੇਖੀਏ। ਜਦੋਂ ਜੀਵ ਜਨਮ ਲੈਂਦਾ ਹੈ ਕੀ ਹੁੰਦਾ ਸਾਡੇ ਕੋਲ ਭਾਈ? ਕੌਣ ਬਸਤਾਈ ਤੇਰੇ ਸੰਗ ਸੁਖਣੀ ਸਾ, ਸਤਿਗੁਰਾਂ ਨੇ ਸਮਝਾਇਆ। ਕੁਛ ਲੈ ਕੇ ਤਾਂ ਅਸੀਂ ਆਉਂਦੇ ਨਹੀਂ, ਸਭ ਕੁਛ ਉਹਨੇ ਤਿਆਰ ਕੀਤਾ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਈ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋ ਸਮੋਏ। ਪਰ ਫਿਰ ਵੀ ਅਸੀਂ ਜਦੋਂ ਜਹਿ 'ਚ ਲੱਗੇ ਰਹਿੰਦੇ, ਕਿਉਂ ਲੱਗੇ ਰਹਿੰਦੇ ਹਾਂ? ਸੱਚ ਦੇ ਗਿਆਨ ਤੋਂ ਬਿਨਾਂ ਅਸੀਂ ਅੰਨੇ ਹਾਂ। ਜਦ ਨੂੰ ਭਾਈ ਸਮਾਂ ਆ ਜਾਂਦਾ, ਬਿਰਧ ਪਿਓ ਸੂਝੇ ਨਹੀਂ, ਸਮਾਂ ਨਿਕਲ ਜਾਂਦਾ, ਕਾਲ ਆ ਜਾਂਦਾ। ਭਾਈ ਰਾਜਾ ਪਰਜਾ ਸਮਕਰ ਮਾਰੇ, ਐਸੋ ਕਾਲ ਬੜਾ ਨੀਰੇ। ਚਾਹੇ ਕੋਈ ਰਾਜਾ ਹੈ ਚਾਹੇ ਪਰਜਾ, ਕਾਲ ਦੀ ਚਪੇੜ ਬਰਾਬਰ ਹੀ ਪੈਂਦੀ ਹੈ। ਫਿਰ ਕੀ ਖੱਟਿਆ ਭਾਈ ਆਪਾਂ? ਇਹ ਦੋ ਹੀ ਤੀਰਥਾਂ ਨੂੰ ਸਮਝਣਾ ਆਪਾਂ। ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾ ਹੀ ਕਰੀ। ਭਾਣੇ ਤੋਂ ਭਾਵ ਜਿਹੜਾ ਸਾਰੇ ਸ੍ਰਿਸ਼ਟੀ ਨੂੰ ਮਿਲ ਰਿਹਾ ਵਾ, ਸਾਰੇ ਤੀਰਥਾਂ ਨੂੰ ਜਾਂਦੇ ਆ ਭਾਈ। ਉਹਨਾਂ ਨੂੰ ਕਿਉਂ ਮਿਲ ਰਿਹਾ ਫਿਰ? ਜੇ ਸਾਡੀ ਸੋਚ ਹੈ ਵੀ ਸਾਨੂੰ ਤੀਰਥਾਂ 'ਤੇ ਜਾ ਕੇ ਮਿਲੂਗਾ, ਨਹੀਂ, ਇਹ ਸਾਡੀ ਆਪਣੀ ਸੋਚ ਹੈ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਅਗਨਤ ਦਿੰਦੇ ਤੋਟ ਨਾ ਵੀ, ਅਗਨਤ ਭਰੇ ਭੰਡਾਰ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗੰਤਰ ਖਾਈ ਗਏ। ਜੁਗਾਂ ਤੋਂ ਭਾਵ ਸਮਾਂ, ਜਦ ਦੀ ਸ੍ਰਿਸ਼ਟੀ ਸ਼ੁਰੂ ਹੋਈ ਹੈ, ਕੁਦਰਤ ਆਜ਼ਾਦੀ ਦੇ ਰਹੀ ਹੈ ਭਾਈ। ਫਿਰ ਉਹ ਕਿਉਂ ਦੇ ਰਹੀ ਹੈ? ਉਹੀ ਸਤਿਗੁਰ ਆਪਾਂ ਨੂੰ ਸਮਝਾ ਰਹੇ, ਬਿਨ ਭਾਣੇ ਕੇ ਨਾਈ ਕਰੀ। ਜੇਤੀ ਸਿਰਫ ਵਾਈ ਵੇਖਾਂ, ਬਿਨ ਕਰਮਾਂ ਕੇ ਮਿਲੇ ਲੈ। ਕਰਮ ਹੁੰਦਾ ਕਿਰਪਾ ਹੋ ਰਹੀ ਹੈ ਭਾਈ। ਵਿਸ਼ਵ ਕਰਮਾ ਹੈ, ਉਹ ਕੁਦਰਤ ਵਿਸ਼ਵ 'ਤੇ ਕਰਮ ਕਰ ਰਹੀ ਹੈ। ਕਿਵੇਂ ਸਮਝਾਇਆ ਆਪਾਂ ਸਤਿਗੁਰਾਂ ਨੇ ਸੁਖਮਨੀ ਸਾਹਿਬ 'ਚ? ਸਿਮਰੋ ਜਾਸ ਬਿਸੰਬਰ ਏਕੇ, ਨਾਮ ਜਪਤ ਅਗਨਤ ਨੇਕੇ। ਅਨੇਕਾਂ ਵਿਧੀਆਂ ਨੇ ਭਾਈ। ਇਹ ਕਿਵੇਂ ਜਪਣਾ ਆਪਾਂ? ਸਮਝਣਾ। ਸਮਝ ਕੇ ਸਿਮਰ ਸੁਖ ਪਾਵੋ। ਸਮਝ ਤੋਂ ਬਾਅਦ ਫਿਰ ਅਸੀਂ ਕੁਦਰਤ ਦਾ ਜਸ ਕਰ ਸਕਦੇ ਹਾਂ। ਸਾਨੂੰ ਪਹਿਲਾਂ ਕੁਦਰਤ ਦਾ ਗਿਆਨ ਹੀ ਨਹੀਂ, ਨਾ ਕੁਦਰਤ ਦਾ ਅਸੀਂ ਦਰਸ਼ਨ ਕੀਤਾ ਹੈ। ਸਿਮਰੋ ਜਾਸ ਵਿਸੰਬਰ ਏਕੇ ਤੋਂ ਭਾਵ ਜਸ ਕਿਹਦਾ ਕਰਨਾ? ਵਿਸ਼ੰਬਰ ਦਾ, ਜਿਹਨੇ ਵਿਸ਼ਵ ਸਾਜਿਆ, ਕੁਦਰਤ ਦਾ। ਤੀਰਥਾਂ 'ਤੇ ਜਾ ਕੇ ਸਾਡਾ ਤਾਂ ਹੀ ਸਫਲ ਹੋਊ ਜੇ ਅਸੀਂ ਬਾਣੀ ਨੂੰ ਸੁਣਾਂਗੇ, ਗੁਰ ਸ਼ਬਦ ਨਾਲ ਧਿਆਨ ਲਾਵਾਂਗੇ। ਕਰਮ ਤੋਂ ਭਾਵ ਸਾਰੇ 'ਤੇ ਕਿਰਪਾ ਉਹੀ ਤਾਂ ਕਰ ਰਿਹਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾਂ ਇੱਕ ਦੇ ਬਜਾਈ। ਇਹ ਐਸੀ ਮੱਤ ਹੈ ਭਾਈ, ਰਤਨ ਜਵਾਹਰ ਮਾਣਕਾਂ ਵਾਲੀ। ਆਤਮਾ ਕਰਕੇ, ਜਿਵੇਂ ਸੰਸਾਰੀ ਰਤਨ ਜਵਾਹਰ ਨੇ, ਮਾਇਆ ਕਰਕੇ, ਉਹ ਸਰੀਰ ਕਰਕੇ ਰਤਨ ਨੇ, ਇਹ ਆਤਮਾ ਕਰਕੇ ਹੈ। ਉਹ ਵੀ ਉਹਦੀ ਕਿਰਪਾ, ਇਹ ਵੀ ਹੈ। ਦੋਨੇ ਪੱਖ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖਿਲੇ ਵਿਕਸੇ ਅੰਤਰਿਆ। ਇਹ ਬਾਤ ਆਪਣੇ ਅੰਦਰ ਕਿਵੇਂ ਪ੍ਰਗਟ ਹੋ, ਕਿਵੇਂ ਦੀ ਪ੍ਰਾਪਤੀ ਹੋਗੀ? ਆਪਾਂ ਪਿੱਛੇ ਵੀ ਵਿਚਾਰਿਆ ਸੀ, ਹੁਣ ਫਿਰ ਵਿਚਾਰ ਲੈਣੇ ਬਾਬਾ ਫਰੀਦ ਜੀ ਦੇ ਸਲੋਕ। ਜੇ ਆਪਾਂ ਇਹਨੂੰ ਸਮਝਾਂਗੇ, ਭਾਵ ਜਪ ਕਵਣ ਸੁ ਅਖਰ, ਕਵਣ ਗੁਣ, ਕਵਣ ਸੁ ਮਣੀਆਂ ਮਤ। ਕਿਹੜੀ ਉਹ ਸ਼ਕਤੀ ਹੈ? ਅਖਰ ਸੱਚ, ਉਹਨੂੰ ਸਮਝਣਾ। ਕਵਣ ਕਿਹੜੇ ਗੁਣਾ ਖਾਤਰ ਆਪਾਂ ਨੂੰ ਮਨੁੱਖਾ ਦੇਹੀ ਮਿਲੀ, ਉਹ ਗੁਣ ਕਿਹੜੇ ਨੇ? ਕਵਣ ਸੁ ਮਣੀਆਂ ਮਤ, ਕੀ ਚੋਂ ਉਹ ਪੈਦਾ ਹੋਣਗੇ? ਅੱਗੇ ਬਾਬਾ ਫਰੀਦ ਜੀ ਨੇ ਫਿਰ ਦੂਏ ਸਲੋਕ ਸਮਝਾਇਆ ਆਪਾਂ ਨੂੰ। ਨਿਵਣ ਸੁ ਅਖਰ, ਖਵਣ ਗੁਣ, ਜੇਬਾ ਮਣੀਆਂ ਮਤ। ਇਹ ਦੂਆ ਸਲੋਕ ਆ ਗਿਆ ਬਾਬਾ ਫਰੀਦ ਜੀ ਦਾ। 130 ਸਲੋਕਾਂ ਦਾ ਸਾਰ ਪਿੱਛੇ ਆ ਕੇ ਸਮਝਾਇਆ ਉਹਨਾਂ ਨੂੰ ਵੀ ਜੇ ਤੁਹਾਨੂੰ ਇਹ ਪ੍ਰਾਪਤੀ ਹੋ ਗਈ, ਤੁਹਾਡਾ ਜੀਵਨ ਸਫਲ ਹੋ ਗਿਆ। ਨੀਵੇਂ ਹੋਣਾ, ਅਖਰ ਦੇ ਅੱਗੇ, ਸੱਚ ਅੱਗੇ ਝੁਕ ਜਾਣਾ, ਜੋ ਹੋ ਰਿਹਾ ਭਾਣੇ 'ਚ ਮੰਨ ਲੈਣਾ। ਖਵਣ ਗੁਣ, ਉਹ 'ਚ ਸਮਾ ਜਾਣਾ। ਜੇਬਾ ਮਣੀਆਂ ਮਤ, ਜੇਬਾ ਭਾਵ ਬੁੱਧੀ ਸਾਡੀ ਫਿਰ ਇਹ ਮਤ ਪੈਦਾ ਹੁੰਦੀ ਹੈ, ਮਣੀਆਂ ਮਾਣਕ ਮਤ ਹੈ। ਸਤਿਗੁਰ ਵੀ ਉਹੀ ਸਮਝਾਉਂਦੇ ਨੇ, ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇਹ ਆਪਾਂ ਪ੍ਰਾਪਤੀ ਕਰਨੀ ਆ।
ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ। ਫਿਰ ਸਾਨੂੰ ਸਮਝ ਆਉਣੀ ਆ ਵੀ ਸਾਰੇ ਜੀਆਂ ਦਾ ਦਾਤਾ ਕੌਣ ਹੈ। ਇੱਕ ਹੁਣ ਆਪਾਂ ਆਏ ਹਾਂ। ਬਾਣੀ ਇੱਕ ਦਾ ਆਪਾਂ ਨੂੰ ਗਿਆਨ ਕਰਾਉਂਦੀ ਹੈ। ਇਹ ਦੋ ਹੀ ਪੱਖ ਆਪਾਂ ਸਮਝਣੇ ਨੇ। ਆਤਮਾ ਦਾ ਤੀਰਥ ਨਾਮ ਹੈ, ਉਹ ਆਪਾਂ ਨਿਰਾਕਾਰ ਦੁਨੀਆ ਨੂੰ ਜਾਣਾ ਵਾ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਨਾਲ ਐਸੇ ਗੁਰਸਿੱਖਾਂ ਦੀ ਸੰਗਤ ਕਰਨੀ ਹੈ ਜਿਹੜੇ ਗੁਰੂ ਕੇ ਪਿਆਰੇ ਗੁਰੂ ਘਰਾਂ ਦੇ ਵਿੱਚ ਗੁਰ ਸ਼ਬਦ ਦੀ ਵਿਚਾਰ 'ਚ ਲੱਗੇ ਰਹਿੰਦੇ। ਆਪਾਂ ਵੀ ਉਹਨਾਂ ਦੀ ਸੰਗਤ ਕਰਨੀ ਹੈ, ਫਿਰ ਆਪਾਂ ਨੂੰ ਪ੍ਰਾਪਤੀ ਹੋਣੀ ਹੈ। ਦੁਬਾਰਾ ਫਿਰ ਆਪਾਂ ਸਮਝ ਲੈਂਦੇ ਹਾਂ। ਤੀਰਥ ਨਾਵਾਂ ਜੀ ਤੇ ਸੁਭਾਵਾਂ ਬਿਨ ਭਾਣੇ ਕੇ ਨਹਾਈ ਕਰੀ। ਸਤਿਗੁਰ ਸਮਝਾਉਂਦੇ ਆ ਭਾਈ ਸਾਰੀ ਸ੍ਰਿਸ਼ਟੀ ਨੂੰ ਕੁਦਰਤ ਦੇ ਰਹੀ ਹੈ। ਸਾਰੇ ਤਾਂ ਤੀਰਥਾਂ ਨੂੰ ਜਾਂਦੇ ਨਹੀਂ ਹੈਗੇ, ਸਾਰਿਆਂ ਨੂੰ ਹੀ ਦੇ ਰਿਹਾ। ਜੇਤੀ ਸਰੂਪ ਪਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ। ਫਿਰ ਸਾਰਿਆਂ ਨੂੰ ਕਿਵੇਂ ਮਿਲ ਰਿਹਾ ਭਾਈ? ਉਹਦਾ ਸੁਭਾਅ ਆ, ਉਹਨੇ ਪੈਦਾ ਕੀਤੇ, ਸਾਰੀ ਉਹਦੀ ਲਾਦ, ਇਕਸ ਪਿਤਾ ਇਕਸ ਕੇ ਹਮਬਾਰਕ, ਸਾਰਿਆਂ ਨੂੰ ਦੇ ਰਿਹਾ, ਕਿਰਪਾ ਕਰ ਰਿਹਾ। ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਜੀ। ਆਪਾਂ ਇੱਕ ਨਾਲ ਜੁੜਾਂਗੇ ਇਹ ਗੁਰ ਸ਼ਬਦ ਨਾਲ, ਫਿਰ ਇਹ ਮਤ ਪ੍ਰਗਟ ਹੋਣੀ ਆ। ਜਿਵੇਂ ਭਗਤ ਕਬੀਰ ਜੀ ਸਮਝਾਉਂਦੇ ਆ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਗੰਗਾ ਕੀ ਲਹਿਰ ਤੋਂ ਭਾਵ ਗੁਰ ਸ਼ਬਦ ਦਾ ਗਿਆਨ ਸੋ ਸਾਡੇ ਜੀਵਨ ਦੇ ਵਿੱਚ ਆਉਂਦਾ, ਬਦਲਾਅ ਆ ਜਾਂਦਾ ਹੈ। ਪਹਿਲੜੀ ਲਾਮ ਪ੍ਰਵਿਰਤ ਮਾਰਗ ਦੜਾਇਆ ਬਲਰਾਮ ਜੀ। ਉਹ ਸਾਡੇ ਜੀਵਨ ਦਾ ਬਦਲ ਜਾਣਾ, ਕੁਦਰਤ ਦੀ ਰਹਿਮਤ, ਬਦਲਾਅ ਆ ਜਾਣਾ। ਲਾਮ ਹੁੰਦਾ ਜੁੜਨਾ। ਪਿੱਛੇ ਆਪਾਂ ਵਿਚਾਰਿਆ ਸੀ ਵੀ ਜੇ ਅਸੀਂ ਸਮਝ ਰਹੇ ਹਾਂ, ਵਿਚਾਰ ਰਹੇ ਹਾਂ, ਤਾਂ ਸਾਡੀ 'ਤੇ ਕਿਰਪਾ ਹੋ ਚੁੱਕੀ ਹੈ। ਸੰਯੋਗ ਹੋ ਰਿਹਾ, ਜੁੜ ਰਹੇ ਹਾਂ ਅਸੀਂ ਉਹਦੇ ਨਾਲ। ਫਿਰ ਆਪਾਂ ਨੂੰ ਮੱਤ ਪ੍ਰਾਪਤ ਹੋਣੀ ਆ ਜੇ ਬਾਣੀ ਨੂੰ ਵਿਚਾਰਦੇ ਰਹਾਂਗੇ। ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾਂ ਇੱਕ ਦੇ ਬਜਾਈ। ਫਿਰ ਸਾਰੀ ਇਹ ਖੇਲ ਸਮਝ ਆਉਣੀ ਹੈ ਗਿਆਨ ਨਾਲ ਵੀ ਸਭਨਾ ਜੀਆਂ ਕਾ ਇੱਕ ਦਾਤਾ। ਫਿਰ ਸਾਡਾ ਵੈਰ ਵਿਰੋਧ ਜਾਣਾ ਵਾ। ਪਹਿਲਾ ਭੈ ਤੋਂ ਮੁਕਤੀ, ਫਿਰ ਨਿਰਵੈਰ, ਦੂਆ ਗੁਣ, ਤੀਜਾ ਕਾਲ ਤੋਂ ਮੁਕਤ, ਚੌਥਾ ਅਜੂਨੀ ਸਰੀਰ 'ਚ ਰਹਿੰਦੇ ਹਾਂ ਅਸੀਂ ਆਪਦੇ ਘਰ ਪਹੁੰਚ ਜਾਣਾ ਧਿਆਨ ਕਰਕੇ। ਗੁਰਾਂ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ। ਫਿਰ ਉਹ ਗੁਰਸਿੱਖਾਂ ਤੋਂ ਕੁਦਰਤ ਨਹੀਂ ਵਿਸਰਦੀ, ਕਿਉਂਕਿ ਉਹਨਾਂ ਦਾ ਧਿਆਨ ਇੱਕ ਨਾਲ ਜੁੜ ਜਾਂਦਾ ਹੈ। ਪੰਜ ਪ੍ਰਧਾਨ ਆਪਾਂ ਨੂੰ ਅੱਗੇ ਆ ਜਾਣਾ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਜੇ ਭਾਵੇ ਦਰਗੇ ਮਾਨ, ਪੰਚਾਂ ਕਾ ਗੁਰ। ਇੱਕ ਧਿਆਨ ਜਦੋਂ ਆਪਣਾ ਹੋਊਗਾ, ਇੱਕ ਧਿਆਨ ਫਿਰ ਆਪਣੀ ਮੱਤ ਨਾਲ ਤਾਂ ਹੋ ਨਹੀਂ ਸਕਦਾ ਭਾਈ। ਇਹ ਗੁਰ ਕੀ ਮੱਤ ਇੱਕ ਧਿਆਨ ਹੈ, ਇਹ ਗਿਆਨੀਆਂ ਦਾ ਮਾਰਗ ਹੈ, ਇਹ ਆਪਾਂ ਪ੍ਰਾਪਤੀ ਕਰਨੀ ਹੈ। ਦੋ ਹੀ ਪੱਖ ਆਪਾਂ ਸਮਝਦੇ ਚੱਲਣਾ, ਤਾਂ ਆਪਣਾ ਸੰਸਾਰ 'ਤੇ ਆਉਣਾ, ਸਫਲ ਹੋਣਾ। ਫਿਰ ਆਪਾਂ ਆਪਦੇ ਘਰ ਪਹੁੰਚਣਾ ਕਾਲ ਤੋਂ ਮੁਕਤ ਹੋ ਕੇ। ਆਓ ਸਾਰੇ ਮਿਲ ਕੇ ਵਿਚਾਰਧਾਰਾ ਨਾਲ ਜੁੜੀਏ, ਇਹਨੂੰ ਸਮਝਦੇ ਵਿਚਾਰਦੇ ਰਹੀਏ। ਇਹ ਜੀਵ ਜਪ ਸਮਝ ਉਹਨੂੰ ਸਾਹਿਬ ਨੂੰ, ਫਿਰ ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।